ਵੈਲਕਮ ਬੈਕ ਟੂ ਦ ਸ਼ੋ। ਅੱਜ ਸਾਡੇ ਨਾਲ ਰਿਲੀਜੀਅਸ ਸੈਗਮੈਂਟ ਦੇ ਵਿੱਚ ਸ਼ਾਮਿਲ ਨੇ ਡਾਕਟਰ ਕਾਲਾ ਸਿੰਘ ਜੀ, ਜਿਹੜੇ ਕਿ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਭਗਤੀ ਉੱਪਰ। ਸੋ ਅੱਜ ਹੋਰ ਇਹਨਾਂ ਤੋਂ ਹੋਰ ਜਾਣਕਾਰੀ ਲੈਂਦੇ ਹਾਂ ਇਸ ਚੀਜ਼ ਬਾਰੇ ਐਂਡ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ ਸਿੱਖੀ ਦੇ ਵਿੱਚ ਇਸਤੇਮਾਲ ਕਰਦੇ ਹਾਂ। ਸੋ ਵੈਲਕਮ ਟੂ ਦ ਸ਼ੋ ਡਾਕਟਰ ਕਾਲਾ ਜੀ। ਸ਼ੁਕਰੀਆ ਜੀ, ਬਹੁਤ ਬਹੁਤ। ਅੱਜ ਅਸੀਂ ਗੱਲਬਾਤ ਕਰਾਂਗੇ ਭਗਤੀ ਬਾਰੇ, ਇਹਦੀ ਕੀ ਇੰਪੋਰਟੈਂਸ ਹੈਗੀ, ਇਹਦਾ ਮਤਲਬ ਕੀ ਹੈਗਾ ਆਪਣੀ ਭਗਤੀ ਦਾ। ਭਗਤੀ ਮੋਸਟਲੀ ਇਹ ਦੁਨੀਆ ਤੋਂ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਔਰ ਲੋਕੀ ਜ਼ਿਆਦਾਤਰ ਇਹਨੂੰ ਇਸਤੇਮਾਲ ਕਰਦੇ ਰਹੇ ਨੇ ਕਿ ਪਰਮਾਤਮਾ ਨੂੰ ਕਿੱਦਾਂ ਮਿਲਿਆ ਜਾਵੇ ਔਰ ਸੁੱਖ ਕਿੱਦਾਂ ਪ੍ਰਾਪਤ ਹੋਵੇ। ਔਰ ਇਸੇ ਚੀਜ਼ ਨੂੰ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਅੰਕ 210 ਦੇ ਉੱਪਰ ਰਾਗ ਗੌੜੀ ਚੇਤੀ ਮਹਿਲਾ ਪੰਜਵਾਂ, ਹਾਂਜੀ, ਸੁਖ ਨਾਹੀ ਰੇ ਹਰ ਭਗਤ ਬਿਨਾ। ਉਹ ਕਹਿੰਦੇ ਕਿ ਭਗਤ ਤੋਂ ਬਿਨਾ ਸੁਖ ਹੈ ਨਹੀਂ ਜੀ। ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾ। ਵੀ ਇੱਕ ਮਿੰਟ ਵਾਸਤੇ ਵੀ, ਇੱਕ ਖਿਨ ਦੇ ਵਾਸਤੇ ਵੀ ਸਾਧ ਸੰਗਤ ਦੇ ਵਿੱਚ ਮਿਲ ਕੇ ਜੇ ਭਗਤੀ ਕਰ ਲਈਏ ਤਾਂ ਉਹਦੇ ਨਾਲ ਹੀ ਸੁੱਖ ਵਾ ਜੀ। ਹੈ ਹੋਰ ਕਿਸੇ ਚੀਜ਼ ਤੋਂ ਸੁੱਤ ਸੰਪਤ ਬਨਿਤਾ ਵਿਨੋਦ ਛੋੜ ਗਏ ਬਹੁ ਲੋਗ ਭੋਗ ਹੈਵਰ ਗੈਵਰ ਰਾਜ ਰੰਗ ਤਿਆਗ ਚਲਿਓ ਹੈ ਮੂਡ ਨੰਗ। ਮਤਲਬ ਕਹਿਣ ਦਾ ਮਤਲਬ ਹੈ ਕਿ ਜਿੰਨੀਆਂ ਵੀ ਦੁਨੀਆ ਦੇ ਵਿੱਚ ਚੀਜ਼ਾਂ ਨੇ ਇਹਨਾਂ ਦੇ ਨਾਲ ਸੁੱਖ ਨਹੀਂ ਹੋ, ਸੁੱਖ ਸਿਰਫ ਭਗਤੀ ਦੇ ਨਾਲ ਹੀ ਹੈ। ਹੁਣ ਅਸੀਂ ਕਰਦੇ ਕੀ ਹਾਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਰਿਸ਼ੀ ਮੁਨੀ ਜੰਗਲਾਂ ਦੇ ਵਿੱਚ ਜਾ ਕੇ ਸਮਾਧੀਆਂ ਲਗਾਉਂਦੇ ਹੁੰਦੇ ਸੀਗੇ ਜੀ। ਜੰਗਲਾਂ ਦੇ ਵਿੱਚ ਜਾ ਕੇ ਕੰਦ ਮੂਲ ਖਾਣੇ, ਉੱਥੇ ਹੀ ਰਹਿਣਾ। ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, ਗੁਰਦੁਆਰੇ ਮੰਦਿਰਾਂ 'ਚ ਗਏ, ਮੂਰਤੀਆਂ ਦੇ ਮੂਹਰੇ ਮੱਥੇ ਰਗੜੇ। ਗੁਰਦੁਆਰੇ ਅਸੀਂ ਜਾਂਦੇ ਹਾਂ, ਅੰਦਰ ਜਾਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਾਂ, ਗੁਰਦੁਆਰੇ ਤੋਂ ਬਾਹਰ ਹੀ ਰਗੜੇ ਮੱਥੇ ਰਗੜਨੇ। ਫਿਰ ਜਿੱਥੇ ਆਪਣਾ ਨਿਸ਼ਾਨ ਸਭ ਲੱਗਿਆ ਹੁੰਦਾ ਉੱਥੇ ਮੱਥਾ ਟੇਕਦੇ ਆ। ਖਨੀ ਕਿੱਥੇ ਕਿੱਥੇ ਮੱਥਾ ਟੇਕਦੇ ਆ ਜੀ। ਇਹ ਜਿਹੜੇ ਮੱਥੇ ਟੇਕਣੇ ਨੇ, ਮੱਥੇ ਰਗੜਨੇ ਨੇ ਮੂਰਤੀਆਂ ਦੇ ਮੋਹਰੇ ਪੱਥਰਾਂ ਦੇ ਉੱਪਰ, ਭਗਤ ਨਾਮਦੇਵ ਜੀ ਨੇ ਬੜਾ ਸੋਹਣਾ ਸ਼ਬਦ ਦਿੱਤਾ ਆ 525 ਅੰਕ ਦੇ ਉੱਪਰ। ਉਹ ਕਹਿੰਦੇ ਨੇ ਕਿ ਏਕੇ ਪਾਥਰ ਕੀਜੇ ਭਾਓ ਦੂਜੇ ਪਾਥਰ ਧਰੀਏ ਪਾਓ। ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹੇ ਨਾਮ ਦਿਓ ਹਮ ਹਰ ਕੀ ਸੇਵਾ। ਉਹ ਕਹਿੰਦੇ ਕਿ ਇੱਕੋ ਹੀ ਪੱਥਰ ਵਾ ਵੱਡਾ ਸਾਰਾ, ਅੱਧੇ ਨੂੰ ਕੱਟ ਕੇ ਮੂਰਤੀ ਬਣਾ ਦਿੱਤੀ, ਅੱਧੇ ਨੂੰ ਕੱਟ ਕੇ ਉਸੇ ਮੰਦਿਰ ਗੁਰਦੁਆਰੇ ਦੇ ਵਿੱਚ ਉਹ ਟਾਇਲਟ 'ਚ ਲਗਾਤਾ। ਹਾਂਜੀ, ਹੈ ਤਾਂ ਪੱਥਰ ਹੀ। ਜੇ ਉਹ ਅਗਰ ਦੇਵਤਾ ਬਣ ਗਿਆ ਤਾਂ ਇਹ ਜਿਹੜਾ ਵਿਚਾਰਾ ਪੱਥਰ ਜਿਹੜਾ ਟਾਇਲਟ 'ਚ ਲੱਗਿਆ ਵਾ, ਇਹ ਦੇਵਤਾ ਕਿਉਂ ਨਹੀਂ ਹੋ ਜੀ। ਉਹ ਕਹਿੰਦੇ ਨੇ ਕਿ ਭਗਤੀ ਦੇ ਵਿੱਚ ਕਿਸ ਤਰ੍ਹਾਂ ਇਹ ਡਿਫਰੈਂਸ ਹਾਂਜੀ, ਆਪਾਂ ਇਹਦੇ ਮੋਰੇ ਚੱਲਦੇ ਅੱਗੇ। ਉਹ ਕਹਿੰਦੇ ਕਿ ਭਗਤ ਨਾਮਦੇਵ ਕਹਿੰਦੇ ਨੇ ਕਿ ਮੈਂ ਇਸ ਵਾਸਤੇ ਰੱਬ ਦੀ ਸੇਵਾ ਦੇ ਵਿੱਚ ਹੀ ਲੱਗ ਗਿਆ ਵਾਂ। ਦੂਜਾ ਅਸੀਂ ਕੀ ਕਰਦੇ ਹਾਂ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਜੰਗਲਾਂ ਵਿੱਚ ਜਾ ਕੇ ਤੇ ਸਮਾਧੀ ਲਗਾ ਕੇ ਬਹਿ ਗਏ, ਰਾਮ 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 ਅੱਲਾ ਅੱਲਾ ਅੱਲਾ। ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, ਚੌਂਕੜਾ ਮਾਰ ਕੇ ਬਹਿ ਗਏ, ਵਾਹਿਗੁਰੂ 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 ਦਾ ਜਾਪ ਕਰ ਲਾ ਪਏ। ਗੁਰਦੁਆਰਿਆਂ ਦੇ ਵਿੱਚ ਸਪੈਸ਼ਲੀ ਟਾਈਮ ਇਹਦੇ ਰੱਖੇ ਹੁੰਦੇ ਨੇ ਸਵੇਰੇ ਸ਼ਾਮ ਦੇ ਵਿੱਚ। ਇਹ ਜਿਹੜੇ ਵਾਹਿਗੁਰੂ ਵਾਹਿਗੁਰੂ ਦੇ ਜਾਪ ਨੇ, ਇਹਦੇ ਬਾਰੇ ਬੜਾ ਸੋਹਣਾ ਤੀਜੇ ਪਾਤਸ਼ਾਹ ਨੇ ਸ਼ਬਦ ਦਿੱਤਾ ਆ 65 ਅੰਕ ਦੇ ਉੱਪਰ। ਉਹ ਕਹਿੰਦੇ ਨੇ ਕਿ ਜੇ ਹਰ ਹਰ ਕੀਚੇ ਭਗਤ ਬਹੁਤ ਲੋਚੀ ਹੈ ਕਿਰਤਨਾ ਮਿਟਿਆ ਜਾਏ। ਉਹ ਕਹਿੰਦਾ ਜੇ ਬੈਠ ਕੇ ਹਰੀ ਹਰੀ ਕਰੀ ਜਾਈਏ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜਾਈਏ, ਇਹਦੇ ਨਾਲ ਪਿਛਲੇ ਕਰਮ ਮਿਟਦੇ ਨਹੀਂ ਹੋ। ਜੇ ਹਰ ਹਰ ਕੀਚੇ ਬਹੁਤ ਲੋਚੀਏ ਕਿਰਤਨਾ ਮਿਟਿਆ ਜਾਏ। ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਾਏ ਦਰ ਥਾਏ। ਉਹ ਕਹਿੰਦੇ ਕਿ ਜਿਹੜੇ ਭਗਤ ਨੇ ਰੱਬ ਦਾ ਭਾਣਾ ਮੰਨਿਆ ਵਾ, ਉਹ ਭਗਤ ਹੀ ਰੱਬ ਦੇ ਦਰ ਦੇ ਉੱਪਰ ਸੋਹਣੇ ਲੱਗਦੇ ਨੇ। ਇਹਦਾ ਮਤਲਬ ਹੈ ਕਿ ਤੀਜੇ ਪਾਤਸ਼ਾਹ ਕਹਿ ਰਹੇ ਨੇ ਕਿ ਰੱਬ ਦਾ ਭਾਣਾ ਮੰਨਣਾ ਭਗਤੀ ਹੈ। ਹੁਣ ਆਪਾਂ ਥੋੜਾ ਹੋਰ ਅੱਗੇ ਚਲੀਏ। 31 ਅੰਕ ਦੇ ਉੱਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਗੁਰ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਫਿਰ ਕਹਿੰਦੇ ਨੇ 449 ਅੰਕ ਦੇ ਉੱਪਰ ਹਰ ਅੰਮ੍ਰਿਤ ਭਗਤ ਭੰਡਾਰ ਹੈ। ਹਰੀ ਅੰਮ੍ਰਿਤ ਰੂਪੀ ਭਗਤ ਦਾ ਭੰਡਾਰ ਕਿਹਦੇ ਕੋਲ ਹੈ? ਗੁਰ ਸਤਿਗੁਰ ਪਾਸੇ ਰਾਮ ਰਾਜੇ। ਸਤਿਗੁਰੂ ਦੇ ਕੋਲ ਹੈ। ਤਾਂ ਸਤਿਗੁਰੂ ਨੇ ਸਾਨੂੰ ਕੀ ਦੇਣਾ ਆ? ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ਼। 293 ਅੰਕ ਦੇ ਉੱਪਰ ਕਿ ਗੁਰੂ ਨੇ ਸਾਨੂੰ ਗਿਆਨ ਦੇਣਾ ਆ ਜਿਹਦੇ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋਣਾ ਆ। ਇਹਦਾ ਮਤਲਬ ਹੈ ਕਿ ਜਿਹੜੇ ਗਿਆਨ ਪ੍ਰਾਪਤ ਕਰਨਾ ਗੁਰੂ ਤੋਂ, ਭਗਤੀ ਉਹ ਹੈ। 66 ਅੰਕ ਦੇ ਉੱਪਰ ਗੁਰ ਕੀ ਸੇਵਾ ਗੁਰ ਭਗਤ ਹੈ। ਹੁਣ ਗੁਰ ਦੀ ਸੇਵਾ ਹੀ ਭਗਤੀ ਹੈ, ਵਿਰਲਾ ਪਾਏ ਕੋਈ। 223 ਅੰਕ ਦੇ ਉੱਪਰ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨ ਨਿਸਾਰ। ਕਿ ਗੁਰੂ ਦੀ ਸੇਵਾ ਜਿਹੜੀ ਹੈ ਉਹ ਇਹ ਨਹੀਂ ਕਿ ਗੁਰੂ ਦੇ ਪੈਰ ਰਗੜਨੇ ਨੇ, ਨਹੀਂ। ਉਹ ਕਹਿੰਦੇ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ। ਜਿਹੜੀ ਗੁਰੂ ਦਾ ਸ਼ਬਦ ਹੈ ਉਹਦੇ ਉੱਪਰ ਵਿਚਾਰ ਕਰਨੀ ਔਰ ਉਹਦੇ ਉੱਪਰ ਅਮਲ ਕਰਨਾ,
ਉਹਦੇ ਨਾਲ ਹਉਮੈ ਮਾਰਨੀ, ਇਹ ਗੁਰੂ ਦੀ ਸੇਵਾ ਹੈ ਜੀ। ਮਤਲਬ ਕਿ ਸ਼ਬਦ ਦੀ ਵਿਚਾਰ ਕਰਕੇ ਗਿਆਨ ਲੈਣਾ ਭਗਤੀ ਹੈ। ਸੋ ਭਗਤੀ ਸਿਰਫ ਮੰਦਿਰਾਂ ਜਾਂ ਗੁਰਦੁਆਰੇ ਜਾ ਕੇ ਪੂਜਾ ਕਰਨੀ ਨਹੀਂ ਹੈ, ਪੂਜਾ ਕਰਨੀ ਨਹੀਂ ਹੈ। ਹੁਣ 158 ਕੇ ਦੇ ਉੱਪਰ ਕਹਿੰਦੇ ਨੇ ਕਿ ਸੱਚੀ ਭਗਤ ਗੁਰ ਸ਼ਬਦ ਪਿਆਰ। ਹੁਣ ਇੱਥੇ ਪਿਆਰ ਆ ਗਿਆ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਇਹਦਾ ਮਤਲਬ ਹੈ ਕਿ ਸ਼ਬਦ ਦੇ ਨਾਲ ਪਿਆਰ ਕਰਕੇ, ਉਹਦੇ ਉੱਪਰ ਵਿਚਾਰ ਕਰਕੇ, ਉਹਦੇ ਉੱਪਰ ਚੱਲ ਕੇ ਭਗਤੀ ਇਹ ਹੈ। ਮਨ ਮੈਲੇ ਭਗਤ ਨਾ ਹੋਵਈ ਜੀ, ਨਾਮ ਨਾ ਪਾਇਆ ਜਾਏ। 39 ਅੰਕ ਦੇ ਉੱਪਰ ਕਿ ਜਿਹਦੇ ਮਨ ਦੇ ਵਿੱਚ ਹਉਮੈ ਆ, ਮਨ ਮੈਲਾ ਆ, ਉਹ ਗੁਰੂ ਦੀ ਭਗਤੀ, ਗੁਰੂ ਦਾ ਗਿਆਨ ਨਹੀਂ ਲੈ ਸਕਦਾ। ਥੋੜਾ ਥੋੜਾ ਅੱਗੇ ਚਲੀਏ। ਹਾਂਜੀ। 162 ਅੰਕ ਦੇ ਉੱਪਰ ਰਾਗ ਬੈਰਾਗਣ ਮਹਿਲਾ ਤੀਜੇ ਪਾਤਸ਼ਾਹ ਦਾ ਸ਼ਬਦ ਹੈ। ਕਹਿੰਦੇ ਨੇ ਕਿ ਸਭ ਜਗ ਕਾਲੈ ਵਸ ਹੈ, ਬਾਧਾ ਦੂਜੇ ਭਾਏ, ਹਉਮੈ ਕਰਮ ਕਮਾਵਦੇ, ਮਨ ਮੁਖ ਮਿਲੇ ਸਜਾਏ। ਕਹਿੰਦੇ ਨੇ ਕਿ ਜਦ ਤੱਕ ਜਗਤ ਮਾਇਆ ਦੇ ਮੋਹ ਵਿੱਚ ਬੁਝਾ ਰਹਿੰਦਾ ਹੈ, ਤਦ ਤੱਕ ਜਗਤ ਆਤਮਕ ਮੋਤੇ, ਹੁਣ ਇਹ ਆਤਮਕ ਮੌਤ ਦੀ ਗੱਲ ਕਰ ਰਹੇ ਹਾਂ ਅਸੀਂ, ਕਿ ਆਤਮਕ ਮੋਤੇ ਮਰਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਇਨਸਾਨ ਹੈ, ਉਹ ਸਾਰੇ ਕੰਮ ਹਉਮੈ ਦੇ ਆਸਰੇ ਕਰਦਾ ਹੈ, ਔਰ ਹਉਮੈ ਦੇ ਵਿੱਚ ਆ ਕੇ ਉਹ ਆਤਮਕ ਮੋਤੇ ਮਰਿਆ ਰਹਿੰਦਾ ਹੈ। ਮੇਰੇ ਮਨ ਗੁਰ ਚਰਨੀ ਚਿਤ ਲਾਏ, ਗੁਰਮੁਖ ਨਾਮ ਨਿਧਾਨ ਲੈ, ਦਰਗਹਿ ਲੈ ਛੜਾਏ। ਰਹਾਓ ਕਿ ਗੁਰੂ ਦੀ ਚਰਨੀ 'ਚ ਪੈ ਕੇ, ਗੁਰੂ ਦਾ ਉਪਦੇਸ਼ ਲੈ ਕੇ, ਗੁਰੂ ਦੇ ਉਪਦੇਸ਼ ਦਾ ਖਜ਼ਾਨਾ ਇਕੱਠਾ ਕਰ, ਇਹੀ ਤੇਰਾ ਸਹਾਈ ਹੋਏਗਾ ਜੀ। 184 ਭਰਮ ਦੇ ਮਨ ਹੱਠ ਆਵੇ ਜਾਏ, ਗੁਰ ਕਾ ਸ਼ਬਦ ਨਾ ਚੀਨਿਓ, ਫਿਰ ਜੋ ਨਹੀਂ ਪਾਏ। ਵੀ ਗੁਰੂ ਦਾ ਸ਼ਬਦ ਦੀ ਵਿਚਾਰ ਨਹੀਂ ਕੀਤੀ, ਗੁਰਮੁਖ ਆਪ ਪਛਾਣਿਆ, ਹਰ ਨਾਮ ਬਸਿਆ ਮਨ ਆਏ, ਅਨ ਦਿਨ ਭਗਤੀ ਰਤਿਆਂ, ਹਰ ਨਾਮੇ ਸੁਖ ਸਮਾਏ। ਵੀ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਜਾਂ ਗੁਰੂ ਦੇ ਕੋਲ ਜਾ ਕੇ ਆਤਮਿਕ ਜੀਵਨ ਨੂੰ ਲੱਭਦਾ ਹੈ, ਔਰ ਉਸ ਦੇ ਮਨ ਵਿੱਚ, ਮੂੰਹ ਦੇ ਵਿੱਚ ਨਹੀਂ, ਮਨ ਦੇ ਵਿੱਚ ਪਰਮਾਤਮਾ ਦਾ ਨਾਮ ਆ ਕੇ ਵਸਦਾ ਹੈ। ਮੂੰਹ ਦੇ ਵਿੱਚ ਤਾਂ ਵਾਹਿਗੁਰੂ ਨਹੀਂ, ਮਨ ਦੇ ਵਿੱਚ, ਤੇ ਉਹ ਹਰ ਰੋਜ਼ ਪਰਮਾਤਮਾ ਦੀ ਭਗਤੀ ਦੇ ਵਿੱਚ ਹੀ ਰੰਗਿਆ ਰਹਿੰਦਾ ਹੈ। ਉਹ ਜਿਹੜਾ ਉਹੀ ਆਤਮਿਕ ਮੌਤ ਤੋਂ ਬਚ ਸਕਦਾ ਹੈ। ਮਨ ਸ਼ਬਦ ਮਰੈ ਪ੍ਰਤੀਤ ਹੋਏ, ਹੁਣ ਮਰਨ ਦੀ ਗੱਲ ਆ ਗਈ ਹੈ। ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ, ਜਨ ਨਾਨਕ ਕਰਮੀ ਪਾਈਨ, ਹਰ ਨਾਮਾ ਭਗਤ ਭੰਡਾਰ। ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਾ ਪਾਓ, ਆਪਣਾ ਹਉਮੈ ਨੂੰ ਮਾਰ ਲੈਂਦਾ ਹੈ। ਇਹ ਮਰਨ ਦੀ ਗੱਲ ਹੈ ਕਿ ਸ਼ਬਦ ਨੂੰ ਸੁਣ ਕੇ ਆਪਾ ਪਾਓ ਮਾਰਨਾ ਹੈ, ਆਪਣਾ ਹਉਮੈ ਨੂੰ ਮਾਰਨਾ ਹੈ। ਉਹਦੇ ਅੰਦਰੋਂ ਹਉਮੈ ਦੀ ਵਿਕਾਰ ਖਤਮ ਹੋ ਜਾਂਦੇ ਨੇ, ਔਰ ਉਹੀ ਇਸ ਖਜ਼ਾਨੇ ਨੂੰ ਪ੍ਰਾਪਤ ਕਰਦਾ ਹੈ। ਇਹਦਾ ਮਤਲਬ ਹੈ ਕਿ ਆਪਾ ਭਾਵ ਮਾਰਨਾ, ਹਉਮੈ ਨੂੰ ਮਾਰਨਾ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਅਸਲੀ ਭਗਤੀ ਇਹ ਆ। ਥੋੜਾ ਅੱਗੇ ਚਲੀਏ ਜੀ। 991 ਅੰਕ ਦੇ ਉੱਪਰ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਮਾਲੂਮ ਮਹਲਾ ਪਹਿਲਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹੱਟ ਬਿਕਾਨਾ, ਜਿਤ ਲਾਇਆ ਤੇ ਤਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾ ਹੋ। ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ, ਲਾਲੀ ਨਾਚੇ ਲਾਲਾ ਗਾਵੇ, ਭਗਤ ਕਰੋ ਤੇਰੀ ਰਾਇਆ। ਬੜਾ ਧਿਆਨ ਦੇਣ ਵਾਲਾ ਸ਼ਬਦ ਵਾ ਇਹ। ਕਹਿੰਦੇ ਨੇ ਕਿ ਜਦੋਂ ਤੋਂ ਮੈਨੂੰ ਤੇਰਾ ਪ੍ਰੇਮ ਦੇ ਕੇ ਉਸ ਦੇ ਵੱਟੇ ਵਿੱਚ ਗੁਰੂ ਨੇ ਮੇਰਾ ਆਪਾ ਭਾਵ ਖਰੀਦ ਲਿਆ, ਮੇਰਾ ਹਉਮੈ ਖਰੀਦ ਲਿਆ, ਉਦੋਂ ਤਾਂ ਮੈਂ ਤੇਰਾ ਦਾਸ ਹੋ ਗਿਆ। ਹੁਣ ਦੁਨੀਆ ਵੀ ਮੈਨੂੰ ਸੁਭਾਗਾ ਕਹਿਣ ਲੱਗ ਪਈ ਆ ਕਿ ਇਹ ਭਾਗਾਂ ਵਾਲਾ ਵਾ। ਗੁਰੂ ਦੇ ਦਰ ਤੇ, ਗੁਰੂ ਦੇ ਉਪਦੇਸ਼ ਦੇ ਵਿੱਚ ਮੈਂ ਆਪਾ ਭਾਵ ਦੇ ਦਿੱਤਾ ਆ। ਪ੍ਰਭੂ ਮੈਨੂੰ ਤੇਰੇ ਗੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਆਈ। ਤੇਰਾ ਹੁਕਮ ਮੇਰੇ ਕੋਲੋਂ ਪੂਰਾ ਹਲੇ ਹੁੰਦਾ ਨਹੀਂ, ਹੋ ਸਮਝ ਨਹੀਂ ਹੁੰਦਾ। ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਜ਼ਿਆਦਾ ਕੀਤੀ ਜਾਏ, ਪਰ ਵਾਅਦਾ ਤਾਂ ਕਰਨਾ ਕੀ ਹੈ, ਮੇਰੇ ਕੋਲੋਂ ਉਨੀ ਵੀ ਪੂਰੀ ਨਹੀਂ ਹੁੰਦੀ। ਗੁਰੂ ਦੀ ਮਿਹਰ ਨਾਲ ਤੇਰੇ ਹੁਕਮ ਵਿੱਚ ਤੁਰਨ ਵਾਲੀ ਮੇਰੀ ਮਾਂ ਮੱਤ ਮੈਨੂੰ ਮਿਲ ਗਈ ਹੈ। ਉਸਨੇ ਮੈਨੂੰ ਸੇਵਕ ਜੀਵਨ ਵਾਲਾ ਜਨਮ ਦੇ ਦਿੱਤਾ। ਸੰਤੋਖ ਮੇਰਾ ਪਿਓ ਬਣ ਗਿਆ, ਮਤ ਮਾਂ ਪਿਤਾ ਸੰਤੋਖ। ਇਹ ਗੁਰਬਾਣੀ ਚ ਕਿਹਾ ਪਹਿਲਾਂ ਵੀ। ਹੁਣ ਇਹ ਪ੍ਰਭੂ, ਜਿਉਂ ਮੈਂ ਤੇਰੀ ਭਗਤੀ ਕਰਦਾ ਆ ਤੇ ਮੇਰੀ ਮਾਂ ਮੱਤ ਹੁਲਾਰੇ ਆਉਂਦੀ ਹੈ, ਲਾਲੀ ਨਾਚੇ ਲਾਲਾ ਗਾਵੇ। ਮੇਰੀ ਜਿਹੜੀ ਮਾਂ ਮੱਤ ਵਾ ਉਹ ਹੁਲਾਰੇ ਚ ਆਉਂਦੀ ਹੈ, ਉਹ ਜਿਹੜਾ ਮੇਰਾ ਪਿਓ ਸੰਤੋਖ ਵਾ ਉਹ ਉਛਾਲੇ ਮਾਰਦਾ ਹੈ।
जी ਇਹਦਾ ਮਤਲਬ ਕਿ ਭਗਤੀ ਕਰਨ ਦੇ ਵਾਸਤੇ ਮਾਂ ਮਤ ਹਾਂਜੀ। ਸੰਤੋਖ ਪਿਤਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਇਹ ਬਣਾ ਰਹੇ ਹਾਂ ਕਿ ਭਗਤੀ ਹੈ ਕੀ ਚੀਜ਼। ਜੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਮੱਥੇ ਰਗੜਨਾ ਇਹ ਭਗਤੀ ਨਹੀਂ ਹੋ। 245 46 ਅੰਕ ਦੇ ਉੱਪਰ ਗੌੜੀ ਮਹਲਾ ਤੀਜਾ, ਮਾਇਆ ਸਰ ਸਬਲ ਵਰਤੈ ਜੀਓ ਕਿਉਂ ਕਰ ਦੁੱਤਰ ਤਰਿਆ ਜਾਏ। ਵੀ ਇਹ ਜਿਹੜਾ ਸਾਰਾ ਮਾਇਆ ਦਾ ਸਰੋਵਰ ਹੋਇਆ ਠਾਠਾ ਮਾਰਦਾ ਪਿਆ ਵਾ, ਇਸ ਤੋਂ ਕਿਸ ਤਰੀਕੇ ਨਾਲ ਤਰਿਆ ਜਾਵੇ, ਜੀ ਕਿੱਦਾਂ ਪਾਰ ਲੰਘਿਆ ਜਾਏ। या ਰਾਮ ਨਾਮ ਕਰ ਭੋਇ ਥਾ ਜੋ ਖੇਵ ਜੋ ਸ਼ਬਦ ਖੇਵਟ ਵਿੱਚ ਪਾਏ। ਕਹਿੰਦਾ ਕਿ ਪਰਮਾਤਮਾ ਦਾ ਨਾਮ ਮਤਲਬ ਉਹਦਾ ਜਿਹੜਾ ਉਪਦੇਸ਼ ਵਾ ਉਹਦਾ ਜਹਾਜ਼ ਬਣਾ, ਗੁਰੂ ਦਾ ਜਿਹੜਾ ਸ਼ਬਦ ਵਾ ਉਹਨੂੰ ਮਲਾਹ ਬਣਾ। ਇਸ ਤਰ੍ਹਾਂ ਤੂੰ ਇਸ ਮਾਇਆ ਰੂਪੀ ਸੰਸਾਰ ਦੇ ਵਿੱਚੋਂ ਸਮੁੰਦਰ ਦੇ ਵਿੱਚੋਂ ਪਾਰ ਲੰਘ ਸਕਦਾ ਆ। ਹਾਂਜੀ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇੰਦ ਬਿਦ ਦੁੱਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆਂ ਇਉਂ ਮਰੀਏ। ਖਿਨ ਮਹਿ ਰਾਮ ਨਾਮ ਕਿਲਵਕ ਕਾਟੇ ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨੂਰਾ। ਕਹਿੰਦੇ ਕਿ ਪਰਮਾਤਮਾ ਨੂੰ ਜਹਾਜ਼ ਬਣਾਇਆ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾਇਆ, ਉਹਦੇ ਬਾਅਦ ਗੁਰੂ ਦੀ ਸ਼ਰਣੀ ਪਿਆ ਕੇ ਪਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਆ। ਔਰ ਇਹ ਸਾਰਾ ਕੁਝ ਦੁਨੀਆ ਦੇ ਕਾਰ ਵਿਹਾਰ ਕਰਦਿਆਂ ਹੀ ਮਾਇਆ ਵੱਲੋਂ ਅਛੋ ਹੋਣਾ ਆ। ਕਾਰ ਵਿਹਾਰ ਕਰਦੇ ਹੀ, ਹਾਂਜੀ ਜੰਗਲਾਂ ਵਿੱਚ ਜਾ ਕੇ ਨਹੀਂ। ਹਾਂਜੀ ਕੰਮ ਕਰਦੇ ਕਰਦੇ ਹੀ ਤੁਸੀਂ ਕੰਮ ਇਹ ਕਰਦੇ ਭਗਤੀ ਨੂੰ ਕਰਦੇ ਪ੍ਰਾਪਤ ਕਰ ਸਕਦੇ ਹੋ। ਮਾਇਆ ਤੋਂ ਹੁਣ ਇਸੇ ਚੀਜ਼ ਨੂੰ ਕਿ ਕੰਮ ਕਰਦੇ ਕਰਦੇ ਹੀ ਸਾਰਾ ਕੁਝ ਕਰਨਾ ਵਾ। ਇਹ ਹਾਂਜੀ। ਭਗਤ ਨਾਮ ਦੀ ਜਿਹਦਾ ਇੱਕ ਬੜਾ ਸੋਹਣਾ ਸ਼ਬਦ ਵਾ, ਇੱਕ 1375 76 ਅੰਕ ਦੇ ਉੱਪਰ ਨਾਮਾ। ਇਹਦੇ ਨਾਲ ਡਾਕਟਰ ਸਾਹਿਬ ਅਸੀਂ ਹੋਰ ਜਾਣਕਾਰੀ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਨਾਲ। ਇਹ ਟੌਪਿਕ ਅਸੀਂ ਜਾਰੀ ਰੱਖਾਂਗੇ ਤੇ ਹੋਰ ਭਗਤੀ ਬਾਰੇ ਹੋਰ ਇਨਫੋਰਮੇਸ਼ਨ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਓਕੇ ਜੀ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਡਾਕਟਰ ਕਾਲਾ ਸਿੰਘ ਜੀ ਨਾਲ ਇਨਫੋਰਮੇਸ਼ਨ ਲੈ ਰਹੇ ਸੀ ਭਗਤੀ ਬਾਰੇ ਕਿ ਕਿਸ ਤਰ੍ਹਾਂ ਅੱਜ ਦੇ ਟਾਈਮ ਤੇ ਪੁਰਾਣੇ ਜ਼ਮਾਨੇ ਦੇ ਟਾਈਮ ਤੇ ਭਗਤੀ 'ਚ ਕੀ ਫਰਕ ਹੈਗਾ ਤੇ ਹੋਰ ਇਹਨਾਂ ਤੋਂ ਇਨਫੋਰਮੇਸ਼ਨ ਲੈਂਦੇ ਹਾਂ ਭਗਤੀ ਬਾਰੇ। ਡਾਕਟਰ ਕਾਲਾ ਜੀ ਤੁਸੀਂ ਸਾਨੂੰ ਦੱਸ ਰਹੇ ਸੀਗੇ ਕਿ ਭਗਤੀ ਦਾ ਕੀ ਮਤਲਬ ਕੀ ਹੈ ਅੱਜ ਦੇ ਟਾਈਮ ਦੇ ਉੱਪਰ ਤੇ ਕਿਸ ਤਰ੍ਹਾਂ ਅੱਜ ਅਸੀਂ ਜਿਵੇਂ ਮੱਥਾ ਟੇਕਦੇ ਹਾਂ ਜਾਂ ਉਹਨੂੰ ਅਸੀਂ ਭਗਤੀ ਨਹੀਂ ਕਹਿ ਸਕਦੇ। ਸੋ ਹੋਰ ਤੁਸੀਂ ਇਹਨੂੰ ਵਿਸਥਾਰ 'ਚ ਹੋਰ ਕਿਸ ਤਰ੍ਹਾਂ ਐਕਸਪਲੇਨ ਕਰੋਗੇ? ਹਾਂਜੀ, ਅਸੀਂ ਹੁਣੇ ਡਿਸਕਸ ਕੀਤਾ ਕਿ ਗੁਰਬਾਣੀ ਦੇ ਮੁਤਾਬਕ ਭਗਤੀ ਗੁਰੂ ਦੇ ਉਪਦੇਸ਼ ਗ੍ਰਹਿਣ ਕਰਕੇ, ਹਾਂਜੀ, ਔਰ ਉਹਦੇ ਉੱਪਰ ਚੱਲ ਕੇ ਆਪਣੀ ਹਉਮੈ ਮਾਰ ਕੇ ਆਪਣਾ ਜੀਵਨ ਜਿਹੜੀ ਜਾਂਚ ਵਾ ਉਹ ਭਗਤੀ ਆ। ਹਾਂਜੀ ਔਰ ਉਹ ਜਿਹੜੀ ਭਗਤੀ ਆ ਉਹ ਹਰ ਟਾਈਮ ਹਰ ਵਕਤ ਕਰਨੀ ਚਾਹੀਦੀ ਆ। ਇਸੇ ਚੀਜ਼ ਨੂੰ 1375 76 ਅੰਕ ਦੇ ਉੱਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ ਕਾਹੇ ਛਿਪੋ ਛਾਈ ਲੈ ਰਾਮ ਨਾ ਨਾਵੋ ਚੀਤ। ਉਹ ਕਹਿੰਦੇ ਕਿ ਭਗਤ ਤਿਲੋਚਨ ਕਹਿੰਦੇ ਕਿ ਮੈਂ ਤਾਂ ਨਾਮਦੇਵ ਦੇ ਕੋਲ ਆਇਆ ਸੀਗਾ ਕਿ ਬੜਾ ਉੱਚਾ ਭਗਤ ਵਾ, ਮੈਂ ਤਾਂ ਦੇਖਦਾ ਕਿ ਇਹ ਤਾਂ ਕੱਪੜੇ ਹੀ ਰੰਗੀ ਜਾਂਦਾ ਬੈਠਾ, ਇਹ ਤਾਂ ਮਾਇਆ ਦੇ ਵਿੱਚ ਹੀ ਸਾਰਾ ਦਿਨ ਲੱਗਾ ਰਹਿੰਦਾ, ਤਾਂ ਇਹ ਕਿੱਥੋਂ ਭਗਤ ਬਣ ਗਿਆ ਹੈ। ਤੇ ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹ ਕਹਿੰਦਾ ਕਿ ਸਾਰਾ ਦਿਨ ਆਪਣਾ ਕੰਮ ਕਰ, ਨਾਮ ਕਹਿੰਦਾ ਕਿ ਤਿਲੋਚਨ ਵੀ ਦਿਨ ਸਾਰਾ ਦਿਨ ਕੰਮ ਵੀ ਕਰਨਾ ਆ, ਹੱਥ ਪੈਰ ਦੇ ਨਾਲ ਕੰਮ ਵੀ ਕਰਨੇ ਨੇ, ਪਰ ਜਿਹੜਾ ਮਨ ਵਾ ਉਹ ਰੱਬ ਦੇ ਵਿੱਚ ਹੋਣਾ ਚਾਹੀਦਾ ਵਾ। ਇਹਦਾ ਮਤਲਬ ਕਿ ਮਨ ਰੱਬ ਦੇ ਵਿੱਚ, ਮਤਲਬ ਕਿ ਜੋ ਰੱਬ ਦਾ ਉਪਦੇਸ਼ ਵਾ, ਗੁਰੂ ਦਾ ਉਪਦੇਸ਼ ਆ, ਉਹ ਮਨ ਦੇ ਵਿੱਚ ਹੋਣਾ ਚਾਹੀਦਾ ਵਾ, ਤਾਂ ਕਿ ਜਦੋਂ ਵੀ ਇਸੇ ਕੰਮ ਕਰਦੇ ਪਏ ਆ ਸਾਰਾ ਦਿਨ ਉਹ ਕੋਈ ਗਲਤ ਕੰਮ ਨਾ ਕਰੀਏ। ਸੋ ਇਹ ਨਹੀਂ ਹੈ ਕਿ ਅਸੀਂ ਰਾਮ ਰਾਮ ਜਪਦੇ ਰਹੀਏ, ਨਾਮ ਲੈਂਦੇ ਰਹੀਏ ਤੇ ਅੰਦਰ ਕੁਝ ਹੈ ਨਹੀਂਗਾ। ਸੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਅੰਦਰੋਂ ਦੀ ਜਿਹੜੀ ਹੈਗੀ ਹੈ, ਮੇਰਾ ਕਹਿਣ ਦਾ ਮਤਲਬ ਨਹੀਂ, ਇਹ ਗੁਰੂ ਸਾਹਿਬ ਕਹਿ ਰਹੇ ਨੇ ਹਾਂਜੀ ਕਿ ਜਿਹੜਾ ਮਨ ਨੂੰ ਸਾਫ਼ ਕਰਕੇ ਉਹਦੇ ਵਿੱਚ ਰੱਬ ਨੂੰ ਵਸਾ ਕੇ ਤਾਂ ਸਾਰਾ ਦਿਨ ਜਿਹੜੇ ਕੰਮ ਕਰਨੇ ਨੇ ਤਾਂ ਕਿ ਉਹਨਾਂ ਵਿੱਚ ਅਸੀਂ ਕੋਈ ਹੀਰਾ ਫੇਰੀ ਨਾ ਕਰੀਏ, ਹਉਮੈ ਮਾਰ ਕੇ ਉਹ ਉਸ ਨੂੰ ਭਗਤੀ ਕਰਨੀ ਨੇ ਜੀ। ਥੋੜਾ ਹੋਰ ਅੱਗੇ ਚਲੀਏ 29 ਅੰਕ ਦੇ ਉੱਪਰ ਕਿ ਗੁਰਮੁਖ ਕਰਮ ਕਮਾਵੇ ਬਿਗਸੇ ਹਰ ਬੈ ਰਾਗ ਆਨੰਦ ਅਹਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰ ਨਚਿੰਦ। ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ। ਕਹਿੰਦੇ ਨੇ ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਦੱਸੇ ਕਰਮ ਕਰਦਾ ਆ ਔਰ ਅੰਦਰੋਂ ਖਿੜਿਆ ਰਹਿੰਦਾ ਵਾ, ਅੰਦਰੋਂ ਖੁਸ਼ ਰਹਿੰਦਾ ਆ, ਕਿਉਂਕਿ ਉਹਦੇ ਅੰਦਰ ਪਰਮਾਤਮਾ ਦਾ ਪ੍ਰੇਮ ਆ। ਉਹ ਦਿਨ ਰਾਤੀ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਆ। ਇਹਦਾ ਮਤਲਬ ਕਿ ਗੁਰੂ ਦੇ ਦੱਸੇ ਕੰਮ ਕਰਦਾ ਆ।
ਜੀ ਤੇ ਜੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਹੀ ਕਰਨਾ ਹੈ ਤਾਂ ਚਾਰ ਤਾਂ ਉਹ ਦਿਨ ਰਾਤ ਨਹੀਂ ਹੋ ਸਕਦੀ, ਜੀ ਕਿਉਂ ਰਾਤੀ ਸੋਣਾ ਵੀ ਆ, ਜੀ ਦਿਨੇ ਰੋਟੀ ਵੀ ਖਾਣੀ ਆ, ਕੰਮਕਾਜ ਵੀ ਕਰਨੇ ਨੇ, ਜੀ ਪਰ ਕਹਿੰਦੇ ਨੇ ਕਿ ਦਿਨ ਰਾਤ ਕਰਨੀ ਆ। ਤਾਂ ਦਿਨ ਰਾਤ ਦਾ ਮਤਲਬ ਇਹ ਆ ਕਿ ਦਿਨ ਰਾਤ ਅਸੀਂ ਗੁਰੂ ਦੇ ਦੱਸੇ ਹੋਏ ਉਪਦੇਸ਼ ਦੇ ਉੱਪਰ ਹੀ ਕੰਮ ਕਰਨਾ ਆ, ਉਸ ਤੋਂ ਬਗੈਰ ਕੁਝ ਨਹੀਂ ਕਰਨਾ। ਜੀ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਬੇਫਿਕਰ ਰਹਿਣਾ ਆ। ਜੀ ਇਹ ਵੱਡੀ ਕਿਸਮਤ ਨਾਲ ਸਾਧ ਸੰਗਤ ਜਿਹਨੂੰ ਪ੍ਰਾਪਤ ਹੋ ਜਾਂਦੀ ਆ, ਉੱਥੋਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਆ, ਉੱਥੋਂ ਉਹਨੂੰ ਇਹ ਸਿੱਖਿਆ ਮਿਲਦੀ ਆ। ਜੀ ਥੋੜਾ ਹੋਰ ਅੱਗੇ ਚਲੀਏ, 36 ਅੰਕ ਦੇ ਉੱਪਰ 35 ਅੰਕ ਦੇ ਉੱਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ। ਕਹਿੰਦਾ ਜੇ ਇੱਕ ਤਿਲ ਦੇ ਵਾਸਤੇ ਵੀ ਉਹ ਰੱਬ ਵਿਸਰ ਗਿਆ ਤੇ ਭਗਤੀ ਖਤਮ ਹੋ ਗਈ, ਭਗਤੀ ਤਾਂ ਰਹੀ ਨਹੀਂ। ਕਿਉਂਕਿ ਅਗਰ ਮੈਂ ਇੱਕ ਤਿਲ ਵਾਸਤੇ ਵੀ ਰੱਬ ਨੂੰ ਭੁਲਾ ਕੇ ਗਲਤ ਕੰਮ ਕਰ ਬੈਠਾ, ਕਿਸੇ ਨੂੰ ਗਲਤ ਗੱਲ ਕਹਿ ਬੈਠਾ, ਕਿਸੇ ਨੂੰ ਗਲਤ ਤਰੀਕੇ ਦੇ ਨਾਲ ਉਹ ਦੁੱਖ ਪਹੁੰਚਾ ਬੈਠਾ, ਜੀ ਤੇ ਭਗਤੀ ਖਤਮ ਹੋ ਗਈ। ਹਾਂ, ਵੈਸੇ ਤਾਂ ਤੁਸੀਂ ਭਗਤ ਸਾਰੇ ਦਿਨ ਭਗਤੀ ਕਰ ਰਹੇ ਹੋ ਤੇ ਕਿਸੇ ਨੂੰ ਕੁਝ ਗਲਤ ਬੋਲ ਦਿੱਤਾ ਹੈ ਤਾਂ ਉਹ ਭਗਤੀ ਨਹੀਂ ਹੋਈ, ਉਹ ਭਗਤੀ ਨਹੀਂ, ਉਹ ਭਗਤੀ ਖਤਮ ਹੋ ਗਈ। 498 ਅੰਕ ਦੇ ਉੱਪਰ ਕਹਿੰਦੇ ਨੇ ਕਿ 8 ਪੈਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਆਤਾ। 8 ਪੈਰ ਹਮੇਸ਼ਾ ਵਾਸਤੇ ਕਹਿੰਦਾ ਨਾਨਕ ਸੋਭਾਵੰਤੀਆਂ ਸੁਹਾਗਣੀਆਂ ਅਨ ਦਿਨ ਭਗਤ ਕਰੇ। ਔਰ ਅਸੀਂ ਅਨ ਦਿਨ ਦੀ ਗੱਲ ਕਰਦੇ ਪਏ ਹਾਂ, ਗੁਰ ਕੀ ਬਾਣੀ ਅਨ ਦਿਨ ਗਾਵੇ ਸਹਿਜੇ ਭਗਤ ਕਰਾਵਣਿਆ। ਔਰ ਇਹ ਚੀਜ਼ ਸਾਨੂੰ ਗੁਰਬਾਣੀ 'ਚ ਵੀ ਦੱਸੀ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ, ਵੀ ਹਰ ਸਵਾਸ ਦੇ ਨਾਲ ਤੁਸੀਂ ਭਗਤੀ ਕਰਨੀ ਆ, 8 ਪਹਿਰ ਭਗਤੀ ਕਰਨੀ ਆ। ਮਤਲਬ ਕਿ ਗੁਰੂ ਤੋਂ ਉਪਦੇਸ਼ ਨੂੰ 8 ਪਹਿਰ ਗ੍ਰਹਿਣ ਕਰਕੇ ਉਹਦੇ ਉੱਪਰ ਕੰਮ ਕਰਨਾ ਆ। ਜੀ ਹੁਣ ਭਗਤੀ ਕਰਨੀ ਕਿਵੇਂ ਆ, ਕਿਸ ਤਰ੍ਹਾਂ ਕੀਤੀ ਜਾ ਸਕਦੀ ਭਗਤੀ ਕਰਨੀ ਕਿਵੇਂ ਆ? ਜੀ ਕਿ ਇਹ ਹੁਣ ਅਸੀਂ ਦੇਖ ਚੁੱਕੇ ਹਾਂ ਕਿ ਜੰਗਲਾਂ ਵਿੱਚ ਜਾ ਕੇ ਭਗਤੀ ਕਰਨ ਦਾ ਤਾਂ ਕੋਈ ਕੁਝ ਨਹੀਂ ਬਣਦਾ, ਜਾਂ ਸਿਰਫ ਗੁਰਦੁਆਰਿਆਂ ਜਾਂ ਮੰਦਰਾਂ 'ਚ ਜਾ ਕੇ ਮੰਦਰਾਂ ਜਾ ਕੇ ਭਗਤੀ ਕਰਨੀ ਹੈ। ਤੇ ਸੰਗਮਰਮਰ ਦੀਆਂ ਮੂਰਤੀਆਂ ਦੇ ਮੂਹਰੇ ਜਾਂ ਸੰਗਮਰਮਰ ਦੇ ਥੜਿਆਂ ਦੇ ਉੱਪਰ ਜੀ। ਮੱਥੇ ਰਗੜਨ ਦੇ ਨਾਲ ਕੁਝ ਨਹੀਂ ਹੋ। ਜੀ 694 ਅੰਕ ਦੇ ਉੱਪਰ ਬੜਾ ਸੋਹਣਾ ਸ਼ਬਦ ਹੈ ਭਗਤ ਰਵਿਦਾਸ ਦਾ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੇ ਸੋ ਜਸ ਪੂਰ ਰਾਖਿਓ ਮਨ ਸੋ ਮਧੁਕਰ ਕਰੋ ਚਰਨ ਹਿਰਦੈ ਧਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ ਮੋ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ ਰਹਾਓ। ਹਾਂਜੀ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹੇ ਰਵਿਦਾਸ ਇਹ ਇੱਕ ਬੇਨਤੀ ਹਰ ਸਿਓ ਪੈਜ ਰਾਖੋ ਰਾਜਾ ਰਾਮ ਮੇਰੀ। ਰਹਾਉ ਦੇ ਤੋਂ ਕੁਝ ਭਗਤ ਰਵਿਦਾਸ ਕਹਿੰਦੇ ਨੇ ਕਿ ਮੈਨੂੰ ਡਰ ਰਹਿੰਦਾ ਆ ਕਿ ਮੇਰੀ ਕਿਤੇ ਗੋਬਿੰਦ ਦੇ ਨਾਲ ਰੱਬ ਦੇ ਨਾਲ ਪ੍ਰੀਤ ਪ੍ਰੇਮ ਘਟ ਨਾ ਜਾਏ, ਟੁੱਟ ਨਾ ਜਾਏ। ਮੈਂ ਤਾਂ ਬੜੇ ਮਹਿੰਗੇ ਮੁੱਲ ਆਪਣੀ ਜ਼ਿੰਦਗੀ ਦੇ ਕੇ ਲਿੱਤੀ ਆ, ਮਤਲਬ ਕਿ ਮੈਂ ਆਪਣੀ ਹਉਮੈ ਦੇ ਕੇ ਲਿੱਤੀ ਆ ਜੀ। ਤੈਨੂੰ ਮੇਰੀ ਰੱਬ ਦੇ ਮੋਰੇ ਹਮੇਸ਼ਾ ਅਰਦਾਸ ਇਹੀ ਹੈ ਕਿ ਮੇਰਾ ਚਿੱਤ ਜਿਹੜਾ ਵਾ ਉਹ ਪ੍ਰਭੂ ਦਾ ਸਿਮਰਨ ਹਮੇਸ਼ਾ ਕਰਦਾ ਰਹੇ। ਜੋ ਪਹਿਲਾਂ ਭਗਤ ਨਾਮਦੇਵ ਨੇ ਕਿਹਾ ਸੀ ਕਿ ਚੀਤ ਨਿਰੰਜਨ ਨਾਲ, ਹਾਂਜੀ, ਵੀ ਚਿੱਤ ਜਿਹੜਾ ਮੇਰਾ ਵਾ, ਜਿਹੜਾ ਮੇਰਾ ਮਨ ਵਾ, ਉਹ ਤੇਰੇ ਨਾਲ, ਤੇਰੀ ਭਗਤੀ 'ਚ ਹਮੇਸ਼ਾ ਲੱਗਾ ਰਹੇ ਜੀ। ਅੱਖਾਂ ਦੇ ਨਾਲ ਮੈਂ ਉਸ ਦਾ ਦੀਦਾਰ ਕਰਦਾ ਰਹਾ। ਅੱਖਾਂ ਦੇ ਨਾਲ ਇਹ ਨਹੀਂ ਕਿ ਮੈਂ ਗੰਦੀਆਂ ਫੋਟੋਆਂ ਦੇਖਾਂ, ਟੀਵੀ ਦੇਖਾਂ, ਫਲਾਣਾ ਕਰਾਂ। ਟੀਵੀ ਦੇਖਣਾ ਇਟਸ ਓਕੇ, ਇਹ ਨਹੀਂ ਕਿ ਵੀ ਟੀਵੀ ਦੇਖਣੇ ਨਹੀਂ, ਉਹ ਕਹਿੰਦਾ ਮਤਲਬ ਇਹ ਹੈ ਕਿ ਅੱਖਾਂ ਦੇ ਨਾਲ ਗੰਦੇ ਚੀਜ਼ਾਂ ਨਹੀਂ ਦੇਖਣੀਆਂ। ਹਾਂਜੀ, ਕੰਨਾਂ ਵਿੱਚ ਉਸ ਦੀ ਬਾਣੀ ਸੁਣਦਾ ਰਵਾਂ, ਕੋਈ ਗਲਤ ਚੀਜ਼ਾਂ ਨਾ ਮੈਂ ਸੁਣਾ ਕੰਨਾਂ ਦੇ ਨਾਲ। ਜਿਹੜਾ ਸਾਰਾ ਦਿਨ ਈਅਰਫੋਨ ਲਗਾ ਕੇ ਤਾਂ ਉਹ ਮੈਟਾਲਿਕ ਮਿਊਜ਼ਿਕ ਤੇ ਪਤਾ ਨਹੀਂ ਕੀ ਸੁਣਦੇ ਰਹਿੰਦੇ ਆ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋ ਜੀ। ਰੱਬ ਦਾ ਕਹਿੰਦਾ ਮੈਂ ਨਾਮ ਸੁਣਦਾ ਰਵਾਂ, ਉਹਦੀ ਮੈਂ ਉਪਮਾ ਸੁਣਦਾ ਰਵਾਂ। ਆਪਣੇ ਮਨ ਨੂੰ ਮੈਂ ਆਪਣੇ ਭੋਰਾ ਬਣਾਈ ਰੱਖਾਂ ਤਾਂ ਕਿ ਉਹਦੇ ਵਿੱਚ ਰੱਬ ਦਾ ਵਾਸਾ ਰਵੇ। ਚਰਨ ਕਮਲ ਜਿਹੜੇ ਨੇ, ਉਹਦੇ ਚਰਨ ਕਮਲ ਮੇਰੇ ਹਿਰਦੇ ਵਿੱਚ ਹਮੇਸ਼ਾ ਟਿਕਾ ਕੇ ਰੱਖਾਂ। ਜੀਵ ਦੇ ਨਾਲ ਮੈਂ ਉਸ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਰੂਪੀ ਗੁਣ ਗਾਉਂਦਾ ਰਵਾਂ ਜੀ। ਇਹਦਾ ਮਤਲਬ, ਉਹਦਾ ਗੁਣ ਗਾਉਣ ਦਾ ਮਤਲਬ ਇਹ ਹੈ ਕਿ ਜਿਹੜਾ ਉਹਦਾ ਉਪਦੇਸ਼ ਹੈ ਉਹਦੇ ਮੁਤਾਬਕ ਮੈਂ ਬੋਲਾਂ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾਂ, ਤੁਹਾਨੂੰ ਮੈਂ ਕੋਈ ਗਲਤ ਗੱਲ ਨਾ ਕਹਿ ਦੇਵਾਂ, ਕੋਈ ਗਾਲ ਨਾ ਕੱਢ ਦੇਵਾਂ ਜਿਹਦੇ ਨਾਲ ਤੁਹਾਨੂੰ ਦੁੱਖ ਪਹੁੰਚੇ।
ਇਹ ਹੁਣ ਪੂਰੀਆਂ ਇੰਦਰੀਆਂ ਦੇ ਬਾਰੇ ਦੱਸ ਦਿੱਤਾ ਕਿ ਮੇਰੀਆਂ ਅੱਖਾਂ ਕੀ ਕਰਨ, ਕੰਨ ਕੀ ਕਰਨ, ਕੰਨ ਕੀ ਕਰਨ, ਮਨ ਕੀ ਜ਼ੁਬਾਨ ਕੀ ਕਰੇ, ਕਿ ਇਹ ਜਿਹੜਾ ਭਗਤੀ ਜਿਹੜੀ ਕਰਨੀ ਆ ਅਸੀਂ, ਇਹ ਭਗਤੀ ਆਪਣੇ ਪੂਰੇ ਇੰਦਰੀਆਂ ਨੂੰ ਕੰਟਰੋਲ ਕਰਕੇ, ਆਪਣੇ ਹਉਮੈ ਨੂੰ ਮਾਰ ਕੇ, ਆਪਣੇ ਅੰਦਰੋਂ ਮਨ ਨੂੰ ਸਾਫ਼ ਕਰਕੇ, ਸੋ ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰੋ ਤੇ ਫਿਰ ਭਗਤੀ ਕਰੋ। ਉਹੀ ਭਗਤੀ ਹੈ। ਉਹੀ ਭਗਤੀ ਹੈ। ਜਿਹਨੇ ਆਪਣੇ ਆਪ ਨੂੰ ਸ਼ੁੱਧ ਕਰ ਲਿਆ, ਆਪਣੇ ਮਨ ਨੂੰ ਟਿਕਾ ਲਿਆ, ਆਪਣੇ ਮਨ ਦੇ ਵਿੱਚੋਂ ਹਉਮੈ ਨੂੰ ਦੂਰ ਕਰ ਲਿਆ ਜੀ, ਔਰ ਗੁਰੂ ਦੇ ਉਪਦੇਸ਼ ਨੂੰ ਸਮਝ ਲਿਆ। ਪਰ ਅਸੀਂ ਕਈ ਵਾਰੀ ਇਹ ਵੀ ਕਰਦੇ ਹਾਂ ਕਿ ਬੈਠ ਕੇ ਬਾਣੀ ਦਾ ਤੋਤੇ ਵਾਂਗੂ ਰੱਟ ਜਾਪ ਕਰਦੇ ਰਹਿੰਦੇ ਆ ਜੀ, ਵੀ ਅਖੰਡ ਪਾਠ ਕਰ ਲਿੱਤੇ ਜੀ, ਤੋਤੇ ਰਟ ਕੇ ਬਾਣੀ ਵੀ ਪੰਜੋ ਬਾਣੀਆਂ ਦਾ ਪਾਠ ਕਰਨਾ ਆ ਜੀ, ਜਾਂ 5 ਟਾਈਮ ਦੀ ਮੈਂ ਨਮਾਜ਼ ਪੜ੍ਹਨੀ ਆ, ਉਹ ਤੋਤੇ ਰਟਣ ਸਵੇਰੇ ਸ਼ਾਮ ਕਰਦੇ ਰਹਿੰਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਵਿੱਚ ਕੋਈ ਗਲਤ ਹੈ ਕਰਨਾ, ਜਦ ਤੱਕ ਅਸੀਂ ਇਹਨੂੰ ਤੋਤਾ ਰਟਣ ਨਹੀਂ ਕਰਾਂਗੇ ਤਦ ਤੱਕ ਇਸ ਪਾਸੇ ਲੱਗਾਂਗੇ ਵੀ ਨਹੀਂ। ਸੋ ਸਿਰਫ ਇਹ ਨਹੀਂ ਕਿ ਸਿਰਫ ਅਸੀਂ ਪੜ੍ਹਨਾ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਹਾਂ, ਪਰ ਕਈ ਵਾਰੀ ਲੋਕੀ ਇਹ ਵੀ ਕਹਿੰਦੇ ਨੇ ਕਿ ਪੜ੍ਹਨ ਦਾ ਕੋਈ ਫਾਇਦਾ ਨਹੀਂ, ਹਾਂਜੀ, ਜਦ ਤੱਕ ਸਮਝੋ ਨਾ। ਪਰ ਮੇਰਾ ਥੋੜਾ ਜਿਹਾ ਇਹ ਵੀ ਕਹਿਣ ਦਾ ਮਤਲਬ ਹੈ ਕਿ ਜਦ ਤੱਕ ਅਸੀਂ ਬਿਨਾਂ ਸਮਝੇ ਪੜਾਂਗੇ ਨਹੀਂ ਤਾਂ ਸਾਨੂੰ ਸਮਝ ਵੀ ਨਹੀਂ ਆਏਗੀ। ਹਾਂਜੀ, ਅਸੀਂ ਸਕੂਲੇ ਜਾਂਦੇ ਆ, ਕਲਾਸ ਦੇ ਵਿੱਚ ਜਾਂਦੇ ਆ, ਸਾਨੂੰ ਸਕੂਲੇ ਉੱਥੇ ਪਾਠ ਪੜਾਇਆ ਜਾਂਦਾ ਆ, ਸਮਝ ਨਹੀਂ ਆਉਂਦਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਕੂਲੇ ਜਾਣਾ ਹੀ ਬੰਦ ਕਰ ਦਈਏ ਕਿ ਸਾਨੂੰ ਸਮਝ ਤਾਂ ਆ ਨਹੀਂ ਰਿਹਾ, ਮੈਂ ਸਕੂਲੇ ਨਹੀਂ ਜਾਣਾ। ਪਰ ਅਸੀਂ ਉਹਦੇ ਬਾਅਦ ਇਹ ਕਰਦੇ ਆ, ਘਰ ਆ ਕੇ ਮਾਂ ਪਿਓ ਨੂੰ ਕਹਿੰਦੇ ਆ ਵੀ ਮੈਨੂੰ ਉਸੇ ਸਕੂਲੇ ਪੜਾਇਆ ਸੀ, ਕੋਈ ਸਮਝ ਨਹੀਂ ਆਇਆ, ਮਮ ਕੈਨ ਯੂ ਹੈਲਪ ਮੀ, ਡੈਡ ਕੈਨ ਯੂ ਹੈਲਪ ਮੀ, ਹੈ ਨਾ। ਅਸੀਂ ਕੋਸ਼ਿਸ਼ ਕਰਦੇ ਆ। ਪਰ ਜੇ ਅਸੀਂ ਸਕੂਲੇ ਹੀ ਨਹੀਂ ਜਾਵਾਂਗੇ, ਕਿਤਾਬ ਹੀ ਨਹੀਂ ਖੋਲਾਂਗੇ ਵੀ ਮੈਨੂੰ ਕੋਈ ਸਮਝ ਆ ਨਹੀਂ ਰਿਹਾ, ਤਾਂ ਅਸੀਂ ਇਸ ਪਾਸੇ ਲੱਗ ਹੀ ਨਹੀਂ ਸਕਦੇ। ਜੇ ਮਾਂ ਪਿਓ ਨੂੰ ਸਮਝ ਨਹੀਂ ਆਇਆ, ਉਹ ਫਿਰ ਤੁਹਾਡੇ ਵਾਸਤੇ ਟੀਚਰ ਰੱਖਦਾ ਆ, ਟਿਊਸ਼ਨ ਰੱਖਦਾ ਆ, ਹੈ ਨਾ। ਹੁਣ ਅਸੀਂ ਇਸ ਵਕਤ ਇਹੀ ਕੰਮ ਕਰ ਰਹੇ ਹਾਂ ਜਿਹੜੀ ਟਿਊਸ਼ਨ ਦਾ ਕੰਮ ਕਰਦੇ ਪਏ ਹਾਂ ਕਿ ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਸਮਝ ਆ ਰਹੀ, ਸਿਰਫ ਇਕੱਲਾ ਪਾਠ ਹੀ ਕਰਦੇ ਪਏ ਨੇ, ਉਹ ਇੱਕ ਟਿਊਸ਼ਨ ਦਾ ਕੰਮ ਅਸੀਂ ਇਸ ਲਈ ਕਰਦੇ ਪਏ ਹਾਂ ਟੀਵੀ ਦੇ ਥਰੂ ਕਿ ਉਹ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਮੈਂ ਜੋ ਅੱਛਾ ਉਹਦੇ ਬਾਅਦ ਇੱਕ ਵਾਰੀ ਸਮਝ ਲਿਆ, ਕੰਮ ਇੱਥੇ ਵੀ ਖਤਮ ਨਹੀਂ ਹੋ ਜਾਂਦਾ ਜੀ, ਭਗਤੀ ਉੱਥੇ ਵੀ ਖਤਮ ਨਹੀਂ ਹੋ ਗਈ, ਸਮਝ ਗਏ। ਉਹਨੂੰ ਸਮਝ ਕੇ ਉਹਦੇ ਉੱਪਰ ਚੱਲਣਾ ਬਿਲਕੁਲ। ਸਮਝ ਤਾਂ ਮੈਨੂੰ ਆ ਗਿਆ ਜੀ ਕਿ ਮੈਂ ਤੁਹਾਨੂੰ ਨਾਲ ਕੋਈ ਗਲਤ ਗੱਲ ਨਹੀਂ ਕਰਨੀ ਜੀ, ਸਮਝ ਤਾਂ ਮੈਨੂੰ ਆ ਗਿਆ ਕਿ ਮੈਂ ਕੰਮ ਕਰਦਾ ਪਿਆ ਤਾਂ ਕਿਸੇ ਕੋਲੋਂ ਬਰਾਈ ਨਹੀਂ ਲੈਣੀ, ਸਮਝ ਤਾਂ ਮੈਨੂੰ ਆ ਗਿਆ ਕਿ ਮੈਂ ਦੁਕਾਨ ਤੇ ਉੱਪਰ ਬੈਠਾ ਹਾਂ ਤਾਂ ਮੈਂ ਕਿਸੇ ਨੂੰ ਹੇਰਾ ਫੇਰੀ ਨਾ ਕੋਈ ਅਡਲਟ੍ਰੇਸ਼ਨ ਕਰਕੇ ਚੀਜ਼ ਨਹੀਂ ਦੇਣੀ, ਸਮਝ ਆ ਗਈ। ਗੁਰਦੁਆਰੇ ਵੀ ਮੈਂ ਗਿਆ, ਉੱਥੇ ਮੈਂ ਗੱਲ ਸਮਝ ਵੀ ਲਿੱਤੀ, ਪਰ ਜਦੋਂ ਮੈਂ ਦੁਕਾਨੇ ਆਇਆ ਤਾਂ ਮੈਂ ਫਿਰ ਉਹੀ ਕੰਮ ਸ਼ੁਰੂ ਕਰਤਾ। ਜੀ ਨਹੀਂ, ਸੋ ਉਹੀ ਹੈ ਕਿ ਭਗਤੀ ਤੁਸੀਂ ਇਹ ਨਹੀਂ ਹੈ ਕਿ ਤੁਸੀਂ ਪੜ੍ਹਨਾ ਹੈ ਜਾਂ ਕਿਸੇ ਹੋਰ ਦੇ ਪਿੱਛੇ ਲੱਗ ਕੇ ਕੰਮ ਕਰਨਾ ਹੈ, ਤੁਸੀਂ ਆਪਣੇ ਮਨ ਨੂੰ ਸਾਫ਼ ਕਰਨਾ ਹੈ, ਆਪਣੇ ਆਪ ਨੂੰ ਸਮਝਾ ਕੇ ਉਹਦਾ ਪੂਰਾ ਮਤਲਬ ਸਮਝ ਕੇ ਫਿਰ ਉਸ ਚੀਜ਼ ਨੂੰ ਤੁਸੀਂ ਭਗਤੀ ਕਰੋ, ਤਾਂ ਹੀ ਤੁਸੀਂ ਰੱਬ ਨੂੰ ਪਾ ਸਕਦੇ ਹੋ। ਤੁਸੀਂ ਰੱਬ ਨੂੰ ਪਾ ਸਕਦੇ ਹੋ। ਨਹੀਂ, ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲਾ ਸਿੰਘ ਜੀ, ਸਟੂਡੀਓ ਦੇ ਵਿੱਚ ਆਉਣ ਦਾ ਤੇ ਆਪਣੇ ਜਿਹੜੇ ਵਿਚਾਰ ਸੀ ਸਾਡੇ ਨਾਲ ਸਾਂਝੇ ਕਰਨ ਦਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।